प्यारे बच्चों, सत श्री अकाल। ईजी लर्निंग पंजाबी क्लासेस विच नीलम रहेजा वालों तुहाडा स्वागत है। बच्चों, अज असी 10वीं जमात की पंजाबी की पाठ पुस्तक वनगी विचों एकांगी भाग करांगे। इसका पहला पाठ है जफरनामा। जफरनामा एकांगी डॉक्टर हरचरण सिंह जी वालों लिखी गई है। जब इस एकांगी नूं शुरू करन तो पहला असी डॉक्टर हरचरण सिंह जी बारे जानकारी लवांगे। डॉक्टर हरचरण सिंह जी का जन्म 10 दसंबर 1914 ईस्वी नूं ਚੱਕ नंबर 576 ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਕਿਰਪਾ ਸਿੰਘ ਅਤੇ ਮਾਤਾ ਜੀ ਦਾ ਨਾਂ ਸ਼੍ਰੀਮਤੀ ਰੱਖੀ ਸੀ। ਡਾਕਟਰ ਹਰਚਰਨ ਸਿੰਘ ਜੀ ਨੇ ਡਬਲ MA ਯਾਨੀ ਕਿ 2 ਵਿਸ਼ਿਆਂ ਦੇ ਵਿੱਚ MA ਕਰ ਰੱਖੀ ਸੀ, ਇੱਕ ਵਿੱਚ ਪੰਜਾਬੀ ਅਤੇ ਦੂਜੀ ਇਤਿਹਾਸ ਦੇ ਵਿੱਚ। ਬਾਅਦ ਵਿੱਚ ਉਹਨਾਂ ਨੇ PhD ਪੰਜਾਬੀ ਦੇ ਵਿੱਚ ਕੀਤੀ। ਉਹ ਟੀਚਿੰਗ ਕਰਵਾ ਰਹੇ ਸਨ, ਯਾਨੀ ਕਿ ਉਹਨਾਂ ਦਾ ਸੰਬੰਧ ਅਧਿਆਪਨ ਨਾਲ ਰਿਹਾ ਸੀ। ਉਹ ਪਹਿਲਾਂ ਲਾਹੌਰ ਵਿੱਚ ਅਤੇ ਬਾਅਦ ਵਿੱਚ ਦਿੱਲੀ ਵਿਖੇ ਗਿਆਨੀ ਅਤੇ ਬੁੱਧੀਮਾਨੀ ਪੜ੍ਹਾਉਂਦੇ ਰਹੇ। ਉਹ ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਵੀ ਰਹੇ। ਬਾਅਦ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ ਅਤੇ ਉੱਥੇ ਉਹ ਪੰਜਾਬੀ ਵਿਭਾਗ ਦੇ ਮੁਖੀ ਮਤਲਬ ਹੈੱਡ ਅਤੇ ਪ੍ਰੋਫੈਸਰ ਵੀ ਰਹੇ। ਇਸ ਦੇ ਨਾਲ ਹੀ ਉਹ ਨਾਟਕ ਵਿਭਾਗ ਦੇ ਇੰਚਾਰਜ ਵੀ ਰਹੇ। ਉਹਨਾਂ ਦੀ ਜਿਹੜੀ ਪਛਾਣ ਸੀ ਉਹ ਇੱਕ ਨਾਟਕਕਾਰ ਵਜੋਂ ਸੀ। ਉਹਨਾਂ ਦੀਆਂ ਪ੍ਰਮੁੱਖ ਨਾਟਕ ਰਚਨਾਵਾਂ ਹਨ, ਜਿਵੇਂ ਕਿ ਕਮਲਾ ਕੁਮਾਰੀ, ਰਾਜਾ ਪੋਰਸ, ਜੀਵਨ ਲੀਲਾ, ਖੇਡਣ ਦੇ ਦਿਨ 4, 5 ਗੀਤਕਾਂ ਅਤੇ ਕਈ ਹੋਰ ਨਾਟਕ ਉਹਨਾਂ ਵੱਲੋਂ ਲਿਖੇ ਗਏ ਸਨ। ਇਹ ਇਕਾਂਗੀ ਵੀ ਇਹਨਾਂ ਵੱਲੋਂ ਲਿਖੀ ਗਈ। ਇਸ ਵਿੱਚ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਫਰਨਾਮਾ ਇਕਾਂਗੀ ਨੂੰ ਛੋਟਾ ਕਰਕੇ ਸਮਝਾ ਰਹੀ ਹਾਂ, ਕਿਉਂਕਿ ਉਸ ਦੇ ਵਿੱਚ ਜਿਹੜੀ ਹੈ ਉਹ ਵਾਰਤਾਲਾਪ ਦਿੱਤੀ ਗਈ ਹੈ। ਇਸ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਗਿਆ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਵਾਂਗੀ। ਇਸ ਜਫਰਨਾਮਾ ਇਕਾਂਗੀ ਦੇ ਵਿੱਚ ਜਿਹੜੇ ਪਾਤਰ ਹਨ, ਪਹਿਲਾਂ ਮੈਂ ਤੁਹਾਨੂੰ ਉਸ ਬਾਰੇ ਦੱਸਣਾ ਚਾਹਾਂਗੀ। ਔਰੰਗਜ਼ੇਬ, ਜਿਹੜਾ ਕਿ ਸ਼ਹਿਨਸ਼ਾਹ। ਜੀਨਤ ਉਨ ਨਿਸਾ ਔਰੰਗਜ਼ੇਬ ਦੀ ਪੁੱਤਰੀ ਦਾ ਨਾਂ ਸੀ। ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ। ਅਸਦ ਖਾਂ, ਸ਼ਾਹੀ ਹਕੀਮ, ਇਹ ਜਿਹੜੇ ਸਨ ਇਹ ਸਾਰੇ ਜਫਰਨਾਮਾ ਇਕਾਂਗੀ ਦੇ ਪਾਤਰ ਸਨ। ਇਸ ਦੇ ਵਿੱਚ ਟਾਈਮ ਜਿਹੜਾ ਹੈ ਉਹ ਜਦੋਂ ਇਹ ਜਫਰਨਾਮਾ ਸੀਗਾ ਇਹ ਕਦੋਂ ਹੋਇਆ ਸੀਗਾ? ਸਨ 1706 ਈਸਵੀ ਦੇ ਵਿੱਚ। ਜਿਹੜੀ ਜਗ੍ਹਾ ਸੀਗੀ ਉਹ ਅਹਿਮਦ ਨਗਰ ਯਾਨੀ ਕਿ ਦੱਖਣ ਦੇ ਵਿੱਚ। ਵਕਤ ਸਵੇਰ ਸਾਰ ਯਾਨੀ ਜਿਹੜਾ ਟਾਈਮ ਸੀਗਾ ਉਹ ਸਵੇਰ ਦਾ ਸੀਗਾ। ਇਸ ਦੇ ਵਿੱਚ ਜਫਰਨਾਮਾ ਇਕਾਂਗੀ ਦੇ ਵਿੱਚ ਕੀ ਸੀਗਾ ਕਿ ਸ਼ੁਰੂਆਤ ਦੇ ਦਿਨਾਂ ਵਿੱਚ ਜਫਰਨਾਮਾ ਦਾ ਜਿਹੜਾ ਆਰੰਭ ਸੀ ਉਹ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਦੇ ਆਤਮ ਸੰਵਾਦ ਨਾਲ ਹੁੰਦਾ ਹੈ। ਯਾਨੀ ਕਿ ਜਿਹੜੇ ਔਰੰਗਜ਼ੇਬ ਜਿਹੜੇ ਨੇ ਉਹ ਆਪਣੇ ਆਪ ਨਾਲ ਹੀ ਉਹ ਗੱਲਾਂ ਕਰ ਰਹੇ ਸਨ। ਇਸ ਦੇ ਵਿੱਚ ਇਸ ਤਰ੍ਹਾਂ ਨਾਟਕ ਦੀ ਸ਼ੁਰੂਆਤ, ਇਕਾਂਗੀ ਦੀ ਸ਼ੁਰੂਆਤ ਹੁੰਦੀ ਹੈ। ਉਸ ਨੂੰ ਲੱਗਦਾ ਹੈ ਕਿ ਉਹ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਖੁਦਾ ਉਸ ਨੂੰ ਭੁੱਲ ਗਿਆ ਹੈ। ਖੁਦਾ ਮਤਲਬ ਪਰਮਾਤਮਾ। ਖੁਦਾ ਉਸ ਨੂੰ ਭੁੱਲ ਗਿਆ ਹੈ। ਸ਼ਾਹੀ ਮਹੱਲ ਵਿੱਚ ਰੰਗ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਉਹ ਗੁੱਸੇ ਵਿੱਚ ਹੈ। ਆਵਾਜ਼ ਆਉਂਦੀ ਹੈ ਕਿ ਜ਼ਿੰਦਗੀ ਇੱਕ ਰੰਗ ਤਮਾਸ਼ਾ ਹੀ ਹੈ ਅਤੇ ਔਰੰਗਜ਼ੇਬ ਨੇ ਇਸ ਨੂੰ ਕਦੇ ਮੰਨਿਆ ਹੀ ਨਹੀਂ। ਐਸੇ ਕਾਰਨ ਉਸ ਦਾ ਸੁਭਾਅ ਇੰਨਾ ਸਖਤ ਹੈ। ਉੱਚੀ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਫਿਰ ਆਵਾਜ਼ ਆਉਂਦੀ ਹੈ ਕਿ ਇਹ ਉਸ ਦੇ ਅਹਿਲਕਾਰਾਂ, ਫੌਜਦਾਰਾਂ, ਸੂਬੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਦਾ ਹਾਸਾ ਹੈ, ਜਿਹੜੇ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਔਰੰਗਜ਼ੇਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ। ਉਸ ਨੂੰ ਜਾਪਦਾ ਹੈ ਕਿ ਬਾਹਰ ਬਹੁਤ ਖਤਰਨਾਕ ਸ਼ੋਰ ਹੋ ਰਿਹਾ ਹੈ। ਆਵਾਜ਼ ਆਉਂਦੀ ਹੈ ਕਿ ਮੁਗਲ ਤਖ਼ਤ ਨੂੰ ਹਾਸਲ ਕਰਨ ਲਈ ਉਸ ਦੇ ਬੇਟੇ ਆਪਸ ਵਿੱਚ ਕੀ ਕਰ ਰਹੇ ਹਨ? ਲੜ ਰਹੇ ਹਨ। ਉਸਨੇ ਆਪ ਵੀ ਤਾਂ ਆਪਣੇ ਪਿਤਾ ਸ਼ਾਹ ਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਕੀਤਾ ਸੀ। ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਉਸਨੇ ਗਲਤੀ ਕੀਤੀ ਸੀ। ਆਵਾਜ਼ ਆਉਂਦੀ ਹੈ। ਕਿੱਥੋਂ ਆਵਾਜ਼ ਆ ਰਹੀ ਹੈ? ਉਸਨੂੰ ਆਪਣੀ ਅੰਦਰੂਨੀ ਆਵਾਜ਼ ਆ ਰਹੀ ਹੈ। ਉਹਨੂੰ ਇਹ ਲੱਗ ਰਿਹਾ ਕਿ ਉਹ ਗੱਲਾਂ ਜਿਹੜਾ ਹੈ ਉਹ ਕਰ ਰਿਹਾ ਹੈ ਆਪਣੇ ਆਪ ਨਾਲ। ਉਸਨੂੰ ਆਵਾਜ਼ ਆਉਂਦੀ ਹੈ ਕਿ ਹੁਣ ਉਹੀ ਗਲਤੀ ਦੁਹਰਾਈ ਜਾਵੇਗੀ। ਕਿਹੜੀ ਗਲਤੀ ਦੁਹਰਾਈ ਜਾਏਗੀ? ਉਹੀ ਗਲਤੀ ਜਿਹੜੀ ਉਸਨੇ ਆਪਣੇ ਬਾਪ ਨਾਲ ਕੀਤੀ ਸੀ। ਹੁਣ ਉਹੀ ਕੁਝ ਉਹਦੇ ਨਾਲ ਹੋਵੇਗਾ। ਉਹਦਾ ਪੁੱਤਰ ਉਸ ਨਾਲ
ਕਰੇਗਾ। ਉਹ ਉੱਚੀ ਆਵਾਜ਼ ਵਿੱਚ ਸ਼ਹਿਜ਼ਾਦਿਆਂ ਨੂੰ ਗਲਤੀ ਨਾ ਦੁਹਰਾਉਣ ਲਈ ਕਹਿੰਦਾ ਹੈ। ਆਵਾਜ਼ ਆਉਂਦੀ ਹੈ ਕਿ ਉਸਨੇ 50 ਸਾਲ ਲੋਕਾਂ ਦਾ ਅਮਨ ਚੈਨ ਖੋਇਆ ਹੈ। ਹੁਣ ਉਸਦੇ ਅਮਨ ਦੀ ਕੌਣ ਪਰਵਾਹ ਕਰਦਾ ਹੈ। ਦੂਰ ਕਿਧਰੇ ਸਤਿ ਸ਼੍ਰੀ ਅਕਾਲ ਦੇ ਨਾਅਰੇ ਸੁਣਾਈ ਦਿੰਦੇ ਹਨ। ਆਵਾਜ਼ ਆਉਂਦੀ ਹੈ ਕਿ ਪੰਜਾਬ ਵਿੱਚ ਸਿੰਘ ਸੂਰਮੇ ਫਿਰ ਇਕੱਠੇ ਹੋ ਗਏ ਹਨ ਅਤੇ ਉਹਨਾਂ ਖਿਦਰਾਣੇ ਦੀ ਢਾਬ ਲਾਗੇ ਮੁਗਲ ਫੌਜਾਂ ਨੂੰ ਹਰਾ ਦਿੱਤਾ ਹੈ। ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਮਹਾਰਾਸ਼ਟਰ ਵਿੱਚ ਵੀ ਬਗਾਵਤ ਸ਼ੁਰੂ ਹੋ ਚੁੱਕੀ ਹੈ। ਉਸ ਦੇ ਆਪਣੇ ਸੂਬੇਦਾਰ ਹੀ ਉਸ ਦੇ ਖਿਲਾਫ ਵਿਉਂਤਬੰਦੀ ਕਰ ਰਹੇ ਹਨ। ਉਹ ਖੁਦ ਮੁਗਲ ਸਲਤਨਤ ਦੀ ਇਸ ਹਾਲਤ ਲਈ ਜ਼ਿੰਮੇਵਾਰ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸਨੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ। ਆਵਾਜ਼ ਆਉਂਦੀ ਹੈ ਕਿ ਉਹ ਆਪਣੀ ਝੂਠੀ ਖੁਸ਼ਾਮਦੀ ਸੁਣ ਕੇ ਖੁਸ਼ਫਹਿਮੀ ਵਿੱਚ ਰਿਹਾ ਹੈ। ਅਸਲ ਵਿੱਚ ਹਕੂਮਤ ਦੀਆਂ ਨੀਹਾਂ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸ ਦੇ ਰਾਜ ਵਿੱਚ ਸਾਰੇ ਦੁਖੀ ਹਨ। ਉਸ ਨੇ ਸਿਰਫ ਕੁਝ ਲੋਕਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਿਆ। ਇਸ ਦੀ ਦੌਰਾਨ ਜੀਨਤ ਐਬਾਜ਼ਾਨ ਆਖਦੀ ਹੋਈ ਉਸ ਨੂੰ ਸੰਭਾਲਦੀ ਹੈ ਅਤੇ ਦੱਸਦੀ ਹੈ ਕਿ ਉਹ ਉਸਦੀ ਬੇਟੀ ਹੈ। ਔਰੰਗਜ਼ੇਬ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਹਿ ਰਿਹਾ ਹੈ ਕਿ ਉਸ ਨੂੰ ਨਾ ਮਾਰੋ, ਨਾ ਮਾਰੋ। ਔਰੰਗਜ਼ੇਬ ਥੋੜ੍ਹਾ ਹੋਸ਼ ਵਿੱਚ ਆਉਂਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ। ਜੀਨਤ ਦੱਸਦੀ ਹੈ ਕਿ ਉਸ ਨੇ ਉਸ ਦੀਆਂ ਚੀਖਾਂ ਸੁਣੀਆਂ ਅਤੇ ਉਹ ਰਹਿ ਨਾ ਸਕੀ। ਵੈਸੇ ਵੀ ਉਹ ਹੈਰਾਨ ਸੀ ਕਿ ਉਸਨੇ ਕਦੇ ਵੀ ਆਪਣੀ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ ਮਤਲਬ ਜਿਹੜੇ ਟਾਈਮ ਨਮਾਜ਼ ਹੁੰਦੀ ਸੀ ਉਸ ਨੂੰ ਛੱਡ ਕੇ ਕਦੀ ਵੀ ਨਹੀਂ ਸੀ ਕਿਧਰੇ ਹੋ ਜਾਂਦੀ। ਔਰੰਗਜ਼ੇਬ ਬੇਟੀ ਨੂੰ ਦੱਸਦਾ ਹੈ ਕਿ ਉਸ ਨੂੰ ਬੜਾ ਹੀ ਡਰਾਉਣਾ ਸੁਪਨਾ ਆਇਆ ਸੀ। ਉਹ ਉਸ ਨੂੰ ਦੱਸ ਨਹੀਂ ਸਕਦਾ। ਉਹ ਉਸ ਨੂੰ ਮਸਜਿਦ ਤੱਕ ਲੈ ਜਾਵੇ ਤਾਂ ਜੋ ਉਹ ਇਬਾਦਤ ਕਰਕੇ ਆਪਣੇ ਮਨ ਦਾ ਚੈਨ ਹਾਸਲ ਕਰ ਸਕੇ। ਜੀਨਤ ਦੱਸਦੀ ਹੈ ਕਿ ਉਹਨਾਂ ਦੀ ਇਸ ਹਾਲਤ ਬਾਰੇ ਉਹਨਾਂ ਦੀ ਪਤਨੀ ਉਸ ਦੀ ਮਾਂ ਨੇ ਉਸ ਨੂੰ ਜਗਾ ਕੇ ਦੱਸਿਆ ਸੀ ਅਤੇ ਉਸ ਨੇ ਸ਼ਾਹੀ ਹਕੀਮ ਨੂੰ ਵੀ ਸੱਦਾ ਭੇਜਿਆ ਹੈ। ਸੱਦਾ ਮਤਲਬ ਉਸ ਨੂੰ ਸ਼ਾਹੀ ਹਕੀਮ ਨੂੰ ਬੁਲਾ ਵਾਸਤੇ ਉਸ ਨੂੰ ਮੈਸੇਜ ਕਰ ਰੱਖਿਆ ਹੈ। ਔਰੰਗਜ਼ੇਬ ਅਤੇ ਜੀਨਤ ਚਲੇ ਜਾਂਦੇ ਹਨ। ਬੇਗਮ ਉਦੈਪੁਰੀ ਅਤੇ ਸ਼ਾਹੀ ਹਕੀਮ ਆਉਂਦੇ ਹਨ। ਸੂਬੇਦਾਰ ਅਸਦ ਖਾਨ ਵੀ ਆਉਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਜਹਾਂ ਪਨਾਹ ਅੱਜ ਬਹੁਤ ਪਰੇਸ਼ਾਨ ਹਨ। ਜਹਾਂ ਪਨਾਹ ਕੌਣ? ਔਰੰਗਜ਼ੇਬ। ਅਸਦ ਖਾਨ ਕਹਿੰਦਾ ਹੈ ਕਿ ਉਸ ਤਾਂ ਬੜੇ ਪੱਕੇ ਇਰਾਦੇ ਦੇ ਮਾਲਕ ਹਨ ਕਿ ਉਹ ਜਿਹੜੇ ਹਨ ਉਹ ਬੜੇ ਪੱਕੇ ਇਰਾਦੇ ਦੇ ਮਾਲਕ ਹਨ ਅਤੇ ਔਖੇ ਤੋਂ ਔਖੇ ਵੇਲੇ ਵੀ ਉਹ ਘਬਰਾਉਂਦੇ ਨਹੀਂ। ਇੰਨੇ ਨੂੰ ਔਰੰਗਜ਼ੇਬ ਵੀ ਆ ਜਾਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਉਹ ਸਾਰੇ ਉਸ ਦੀ ਸਿਹਤ ਲਈ ਫਿਕਰਮੰਦ ਸਨ। ਔਰੰਗਜ਼ੇਬ ਆਪਣੀ ਬੇਟੀ ਜੀਨਤ ਬਾਰੇ ਕਹਿੰਦਾ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਉਸ ਦੀ ਖਿਦਮਤ ਕਰ ਰਹੀ ਹੈ। ਖੁਦਾ ਹਰ ਇੱਕ ਆਦਮੀ ਨੂੰ ਅਜਿਹੀ ਬੇਟੀ ਦੇਵੇ। ਉਹ ਅਸਦ ਖਾਨ ਨੂੰ ਜ਼ਰੂਰੀ ਗੱਲਬਾਤ ਲਈ ਰੋਕਦਾ ਹੈ। ਸ਼ਾਹੀ ਹਕੀਮ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਆਰਾਮ ਦੀ ਸਖਤ ਜ਼ਰੂਰਤ ਹੈ। ਉਸ ਕੋਲ ਇਸ ਤਣਾਅ ਦੀ ਦਵਾਈ ਵੀ ਹੈ। ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜੀਨਤ ਨੂੰ ਰੱਖਣ ਲਈ ਕਹਿੰਦਾ ਹੈ ਅਤੇ ਸ਼ਾਹੀ ਹਕੀਮ ਤੇ ਬੇਗਮ ਉਦੈਪੁਰੀ ਨੂੰ ਜਾਣ ਲਈ ਕਹਿੰਦਾ ਹੈ। ਜੀਨਤ ਵੀ ਚਲੀ ਜਾਂਦੀ ਹੈ। ਔਰੰਗਜ਼ੇਬ ਅਸਦ ਖਾਨ ਨੂੰ ਦੱਸਦਾ ਹੈ ਕਿ ਕੱਲ੍ਹ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖੱਤ ਮਤਲਬ ਪੱਤਰ ਲੈ ਕੇ ਉਸ ਨੂੰ ਮਿਲਿਆ ਹੈ। ਇਹ ਖੱਤ ਇੱਕ ਜ਼ਫ਼ਰਨਾਮਾ ਹੈ। ਉਸ ਪੀਰ ਨੇ ਐਸੀ ਬੇਬਾਕੀ ਨਾਲ ਉਸ ਨੂੰ ਬੁਰਾ ਦੱਸਿਆ ਹੈ ਕਿ ਉਸ ਦੀ ਜ਼ਮੀਰ ਕੰਬ ਗਈ। ਕੰਬ ਮਤਲਬ ਯਾਨੀ ਕਿ ਉਹਦਾ ਅੰਦਰ ਉਹਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ। ਉਸ ਦਾ ਸਰੀਰ ਕੰਬਣਾ ਸ਼ੁਰੂ ਹੋ ਗਿਆ। ਉਸ ਜ਼ਫ਼ਰਨਾਮੇ ਨੇ ਉਸ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ। ਹਲੂਣ ਮਤਲਬ ਉਸਨੂੰ ਝਟਕਾ ਦਿੱਤਾ, ਹਿਲਾ ਦਿੱਤਾ, ਅੰਦਰੋਂ ਪੂਰੀ ਤਰ੍ਹਾਂ ਹਿਲਾ ਦਿੱਤਾ। ਵਜ਼ੀਰ ਖਾਨ ਨੇ ਉਸ ਦੇ ਨਾਂ 'ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਅਤੇ ਬਾਅਦ ਵਿੱਚ ਅਨੰਦਪੁਰ ਛੱਡ ਰਹੇ ਪੀਰ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸ ਦੇ 2 ਬੇਟੇ ਮਾਰੇ ਗਏ। ਉਸਨੇ ਖੁਦ ਪੀਰ ਦੇ ਪਿਤਾ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ। ਉਹ ਮੁਲਕੀ ਮਸਲਾ ਸੀ। ਵਜ਼ੀਰ ਖਾਨ ਨੇ ਉਸ ਦਾ ਨਾਂ ਬਦਨਾਮ ਕੀਤਾ ਹੈ ਅਤੇ ਇਸਲਾਮ ਦਾ ਵੀ ਨਾਂ ਅਪਮਾਨ ਕੀਤਾ ਹੈ ਯਾਨੀ ਕਿ ਇਸਲਾਮ ਦਾ ਵੀ ਅਪਮਾਨ ਕੀਤਾ ਹੈ। ਅਸਦ ਖਾਨ ਗੁਰੂ ਗੋਬਿੰਦ ਸਿੰਘ ਨੂੰ ਬੁਲਾ ਕੇ ਸੁਲਾਹ ਕਰਨ ਦੀ ਸਲਾਹ ਦਿੰਦਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਪੀਰ ਨੇ ਉਸ ਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਦਿੱਤਾ ਹੈ। ਅਸਦ ਖਾਨ ਕਹਿੰਦਾ ਹੈ ਕਿ ਉਹ ਆਪ ਆਪਣੇ ਹੱਥੀਂ ਖੱਤ ਲਿਖ ਕੇ ਭੇਜਣ।
ਔਰੰਗਜ਼ੇਬ ਉਸ ਨੂੰ ਕਹਿੰਦਾ ਹੈ ਕਿ ਉਹ ਹੁਣੇ ਮੀਰ ਮੁਨਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰਨ ਲਈ ਕਹਿੰਦਾ ਹੈ। ਅਸਦ ਖਾਨ ਉੱਥੋਂ ਚਲਾ ਜਾਂਦਾ ਹੈ। ਇਸ ਦੌਰਾਨ ਜੀਨਤ ਆ ਜਾਂਦੀ ਹੈ, ਯਾਨੀ ਕਿ ਜੀਨਤ ਉਹਨਾਂ ਦੀ ਬੇਟੀ, ਔਰੰਗਜ਼ੇਬ ਦੀ ਬੇਟੀ ਉੱਥੇ ਆ ਜਾਂਦੀ ਹੈ ਅਤੇ ਕਿ ਕਿੰਨੇ ਸਾਲਾਂ ਵਿੱਚ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ, ਕਿਉਂਕਿ ਉਸਨੂੰ ਜਾਪਦਾ ਮਤਲਬ ਉਸਨੂੰ ਲੱਗਦਾ ਹੈ ਕਿ ਉਸਦਾ ਪਿਤਾ ਉਸ ਕੋਲੋਂ ਕੁਝ ਲੁਕੋ ਰਿਹਾ ਹੈ। ਉਹ ਜੀਨਤ ਨੂੰ ਕਹਿੰਦਾ ਹੈ ਕਿ ਉਹ ਸੱਚ ਜਾਣ ਕੇ ਉਸਨੂੰ ਬਹੁਤ ਹੀ ਘਟੀਆ ਇਨਸਾਨ ਮੰਨਣ ਲੱਗ ਜਾਵੇਗੀ। ਉਹ ਦੱਸਦਾ ਹੈ ਕਿ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਦਾ ਖਤ ਆਇਆ ਹੈ। ਇਸ ਪੀਰ ਨਾਲ ਉਸਨੇ ਧੋਖਾ ਕੀਤਾ। ਵਜ਼ੀਰ ਖਾਨ ਨੇ ਉਸਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾਇਆ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਉਸਦੇ ਵੱਡੇ ਬੇਟੇ ਮਾਰੇ ਗਏ। ਵਜ਼ੀਰ ਖਾਨ ਨੇ ਉਸਦੇ ਛੋਟੇ ਬੱਚਿਆਂ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣਵਾ ਕੇ ਮਾਰ ਦਿੱਤਾ। ਜੀਨਤ ਨੂੰ ਲੱਗਦਾ ਹੈ ਕਿ ਇਹ ਤਾਂ ਜ਼ੁਲਮ ਦੀ ਸਿਖਰ ਹੈ, ਯਾਨੀ ਕਿ ਬਿਲਕੁਲ ਬਹੁਤ ਗੰਦੇ ਤਰੀਕੇ ਨਾਲ ਜਿਹੜਾ ਸੀ ਉਹ ਜ਼ੁਲਮ ਕੀਤਾ ਗਿਆ ਸੀ, ਗਲਤ ਤਰੀਕੇ ਨਾਲ ਉਹਨਾਂ 'ਤੇ ਜ਼ੁਲਮ ਕੀਤਾ ਗਿਆ ਸੀ। ਉਹ ਕਹਿੰਦੀ ਹੈ ਕਿ ਜਦੋਂ ਉਸਦਾ ਆਪਣਾ ਬਾਗੀ ਬੇਟਾ ਅਕਬਰ ਮਰਿਆ ਸੀ ਜਾਂ ਬਾਗੀ ਸ਼ਾਇਰ ਬੇਟੀ ਜੇਬ ਉਨ ਨਿਸਾ, ਉਹ ਜਾਰੋ ਜਾਰ ਰੋਇਆ ਸੀ ਅਤੇ ਉਹਨਾਂ ਮਾਸੂਮਾਂ ਦੀ ਮੌਤ 'ਤੇ ਉਹ ਚੁੱਪ ਖੜਾ ਹੈ। ਉਹ ਕਹਿੰਦਾ ਹੈ ਕਿ ਉਸਦੀ ਰੂਹ ਰੋ ਰਹੀ ਹੈ ਅਤੇ ਉਸਦੀ ਮਜਬੂਰੀ ਇਹ ਹੈ ਕਿ ਉਹ ਵਜ਼ੀਰ ਖਾਨ ਨੂੰ ਸਜ਼ਾ ਵੀ ਨਹੀਂ ਦੇ ਸਕਦਾ। ਜੀਨਤ ਕਹਿੰਦੀ ਹੈ ਕਿ ਇਸ ਦਾ ਮਤਲਬ ਇਸ ਗੁਨਾਹ ਵਿੱਚ ਉਹ ਵੀ ਸ਼ਾਮਿਲ ਹੈ। ਉਹ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ, ਰੱਬ ਨੂੰ ਪਿਆਰ ਨਹੀਂ ਕਰਦਾ। ਐਸੇ ਕਾਰਨ ਉਸਨੇ ਸਾਰੀ ਉਮਰ ਲੋਕਾਂ ਨੂੰ ਦੁਖੀ ਕੀਤਾ ਹੈ। ਔਰੰਗਜ਼ੇਬ ਸਵੀਕਾਰ ਕਰਦਾ ਹੈ ਕਿ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜੀ ਹਾਰ ਗਿਆ ਹੈ। ਉਹ ਇਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਲੈ ਕੇ ਜਾਵੇਗਾ। ਭਾਰ ਯਾਨੀ ਕਿ ਜਦੋਂ ਉਹ ਮਰੇਗਾ ਤਾਂ ਸਾਰੇ ਜਿਹੜੇ ਗੁਨਾਹ ਉਹਦੇ ਕੀਤੇ ਹੋਏ ਗਏ ਨੇ ਉਹ ਉਹਦੇ ਨਾਲ ਹੀ ਜਾਣਗੇ। ਉਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਉਹ ਹੀ ਉਸਦਾ ਆਖਰੀ ਸਹਾਰਾ ਹੈ, ਉਹ ਉਸਦੀ ਮਦਦ ਕਰੇ। ਬੱਚਿਓ, ਇਹ ਤਾਂ ਇਕਾਂਗੀ ਦਾ ਸਾਰ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਇਆ, ਯਾਨੀ ਕਿ ਸਾਰਾ ਨਿਚੋੜ ਇਸ ਇਕਾਂਗੀ ਦਾ ਇਸ ਸਾਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਸ ਨੂੰ ਤੁਸੀਂ ਧਿਆਨ ਨਾਲ ਸੁਣੋ, ਸਮਝੋ ਅਤੇ